ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼। ਮੈਂ ਬਰਨ ਕੌਰ ਮਾਨ। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਵਾਗਤ ਤੋਂ ਬਾਅਦ ਹੁੰਦੀ ਹੈ ਸ਼ੁਰੂਆਤ ਖਬਰਾਂ ਦੀ ਔਰ ਪਹਿਲੀ ਖਬਰ ਇਹ ਹੈ ਕਿ ਅਮਰੀਕਾ ਨੇ ਘੱਟੋ ਘੱਟ 100 ਉਡਾਣਾਂ ਤੇ ਰੋਕ ਲਗਾ ਦਿੱਤੀ ਹੈ। ਆਸਟ੍ਰੇਲੀਆ ਦੀਆਂ ਵੀ ਘਰੇਲੂ 80 ਉਡਾਣਾਂ ਤੇ ਰੋਕ ਲੱਗ ਗਈ ਹੈ। ਹੋਰ ਕੁਝ ਜਰਮਨੀ ਦੀਆਂ ਵੀ ਪ੍ਰਾਈਵੇਟ 에ਅਰਲਾਈਨਸ ਨੇ ਜਿਹੜੀ ਹੈ ਰੋਕ ਲਗਾ ਦਿੱਤੀ ਹੈ। ਕਾਰਨ ਇੱਕੋ ਇੱਕ ਹੈ, ਓਮਿਕਰੋਨ। ਅਮਰੀਕਾ ਦਾ ਕਹਿਣਾ ਹੈ ਕਿ ਸਾਡੇ ਕੁਝ ਪਾਇਲਟਸ ਬਿਮਾਰ ਨੇ, ਸਾਡਾ ਕੁਝ ਸਟਾਫ ਮੈਂਬਰਸ ਬਿਮਾਰ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਓਮਿਕਰੋਨ ਦੇ ਕਾਰਨ ਬਿਮਾਰ ਨੇ ਜਾਂ ਹੋਰ ਕਿਸੇ ਕਾਰਨ ਬਿਮਾਰ ਨੇ। ਸੋ 에ਅਰਲਾਈਨਸ ਆਪਣੀ ਸਟਾਫ ਦੀ ਕਮੀ ਦੇ ਕਾਰਨ ਜਾਂ ਹਵਾਈ ਅੱਡਿਆਂ ਦੇ ਉੱਤੇ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਉਸ ਦੇ ਕਾਰਨ ਕੁਝ ਉਡਾਣਾਂ ਰੱਦ ਕਰ ਰਹੀਆਂ ਨੇ। ਕੋਈ ਇੰਟਰਨੈਸ਼ਨਲ ਫਲਾਈਟਸ ਰੱਦ ਕਰ ਰਹੀਆਂ ਨੇ, ਕੁਝ ਘਰੇਲੂ ਉਡਾਣਾਂ ਰੱਦ ਕਰ ਰਹੀਆਂ ਨੇ। ਬਿਲਕੁਲ, ਕਿਉਂਕਿ ਓਮਿਕਰੋਨ ਦੇ ਵਾਸਤੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ, ਕਿਉਂਕਿ ਜੋ ਕੋਵਿਡ-19 ਦੇ ਹਾਲਾਤ ਸਾਡੇ ਸਾਹਮਣੇ ਆਏ ਨੇ, ਅਸੀਂ ਬਹੁਤ ਕੁਝ ਭੁਗਤ ਚੁੱਕੇ ਹਾਂ ਤੇ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਡੈਥਸ ਹੋਈਆਂ ਨੇ। ਹੁਣ ਉਹ ਕੋਈ ਵੀ ਚਾਂਸ ਨਹੀਂ ਲੈਣਾ ਚਾਹੁੰਦੇ। ਇਸ ਕਰਕੇ ਭਾਵੇਂ ਉਹ ਸਟਾਫ ਦੀ ਕਮੀ ਹੈ, ਭਾਵੇਂ ਉਹ ਪਾਇਲਟਸ ਦੀ ਕਮੀ ਹੈ, ਕੋਈ ਵੀ ਰੀਜ਼ਨ ਹੋ ਸਕਦਾ ਹੈ। ਪਬਲਿਕ ਅਲੱਗ ਸਫਰ ਕਰ ਰਹੀ ਹੈ ਕਿਉਂਕਿ ਇੱਕ ਦਹਿਸ਼ਤ ਤਾਂ ਹੈ ਕਿ ਇਹਦਾ ਪਤਾ ਨਹੀਂ ਕੀ ਰਿਜ਼ਲਟ ਹੋਏਗਾ। ਔਰ ਜਿਸ ਤਰ੍ਹਾਂ ਮਾਹਿਰ ਕਹਿ ਰਹੇ ਨੇ ਕਿ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਵਕਤ ਤੇ ਇੰਨਾ ਖਤਰਨਾਕ ਨਹੀਂ ਲੱਗਦਾ, ਪਰ ਅੱਗੇ ਜਾ ਕੇ ਜੇ ਖਤਰਨਾਕ ਬਣ ਜਾਂਦਾ ਹੈ ਤੇ ਇਹਦੇ ਵੀ ਰਿਜ਼ਲਟਸ ਬੁਰੇ ਹੋ ਸਕਦੇ ਨੇ। ਇਸ ਕਰਕੇ ਗਵਰਨਮੈਂਟ ਆਫ ਅਮਰੀਕਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ, ਕੋਈ ਚਾਂਸ ਨਹੀਂ ਲੈਣਾ ਚਾਹੁੰਦੀ। ਤਾਂ ਬਾਕੀ ਜਿਹੜਾ ਉਹ ਤਾਂ ਬਰਕਰਾਰ ਹੀ ਰਹੇਗਾ ਆਦੇਸ਼ ਕਿ ਹਮੇਸ਼ਾ ਤੁਸੀਂ ਡਰੱਗਸ ਲਵੋ ਉਹਦੀਆਂ ਜਿਹੜੀਆਂ ਜ਼ਰੂਰੀ ਨੇ, ਹਮੇਸ਼ਾ ਉਹਦੀ ਵੈਕਸੀਨੇਸ਼ਨ ਲਵੋ ਜਿਹੜੀ ਜ਼ਰੂਰੀ ਹੈ। ਤੇ ਅਗਲੀ ਖਬਰ ਵੀ ਅਮਰੀਕਾ ਦੇ ਨਾਲ ਜੁੜੀ ਹੋਈ ਹੈ। ਅਮਰੀਕਾ ਨੇ 8 ਅਫਰੀਕੀ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾ ਦਿੱਤੀ ਹੈ, ਜਿਹੜੀ ਕਿ ਓਮਿਕਰੋਨ ਦੇ ਕਾਰਨ ਲੱਗੀ ਸੀ। ਸੋ ਦੇਖੋ ਕਿੰਨਾ ਰਲਵਾਂ ਮਿਲਵਾਂ ਮਾਹੌਲ ਚੱਲ ਰਿਹਾ ਨੇ। ਇੱਕ ਪਾਸੇ ਕ੍ਰਿਸਮਸ ਹੈ ਔਰ ਸਾਰੇ ਮਤਲਬ ਕਿ ਤਿਆਰੀਆਂ ਦੇ ਵਿੱਚ ਜੁਟੇ ਹੋਏ ਸੀਗੇ। ਕਈਆਂ ਨੇ ਇੱਧਰ ਉੱਧਰ ਆਉਣਾ ਜਾਣਾ ਸੀ। ਇਸ ਦੌਰਾਨ ਆਸਟ੍ਰੇਲੀਆ, ਜਰਮਨੀ ਜਾਂ ਹੋਰ ਕੰਟਰੀਜ਼ ਜਿਹੜੀਆਂ ਉਡਾਣਾਂ ਤੇ ਰੋਕਾਂ ਲਗਾ ਰਹੀਆਂ ਨੇ। ਸੋ ਇਸ ਮਾਹੌਲ ਦੇ ਵਿੱਚ ਇੱਕਦਮ ਉਡਾਣਾਂ ਦਾ ਰੁਕ ਜਾਣਾ, ਕਿਉਂਕਿ ਜਿੱਦਾਂ 2021 ਸ਼ੁਰੂ ਹੋਇਆ ਸੀਗਾ ਤਾਂ ਇੱਦਾਂ ਲੱਗਾ ਸੀਗਾ ਕਿ ਸ਼ਾਇਦ ਹੁਣ ਕਰੋਨਾ ਦੀ ਰਫ਼ਤਾਰ ਮੱਠੀ ਪੈ ਗਈ ਹੈ। ਪਿਛਲੇ ਸਾਲ ਤਾਂ ਅਸੀਂ 2020 ਦੇ ਵਿੱਚ ਨਹੀਂ ਮਨਾ ਸਕੇ ਕ੍ਰਿਸਮਸ ਤੇ ਨਿਊ ਈਅਰ ਇੰਨੇ ਵਧੀਆ ਤਰੀਕੇ ਨਾਲ ਐਤਕੀ ਮਨਾਵਾਂਗੇ, ਪਰ ਹੁਣ ਜਿੱਦਾਂ ਹੀ ਸਾਲ ਢਲਣ ਲੱਗਾ ਫਿਰ ਤੋਂ ਉਹੀ ਚੀਜ਼ ਦੁਬਾਰਾ ਸਾਹਮਣੇ ਆ ਖੜੀ ਹੋਈ ਹੈ। ਸੋ ਕਾਫੀ ਜ਼ਿਆਦਾ ਦਿੱਕਤਾਂ ਦਾ ਲੋਕ ਸਾਹਮਣਾ ਕਰ ਰਹੇ ਨੇ ਵਰਲਡ ਵਾਈਡ। ਤੇ ਨਾਲ ਦੇ ਨਾਲ WHO ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੇ ਦੇਸ਼ ਜਿੱਥੇ ਟੀਕਾਕਰਨ ਦਰ ਜ਼ਿਆਦਾ ਹੈ ਉਹ ਆਪਣੀ ਹੁਣ ਬੂਸਟਰ ਖੁਰਾਕ ਦੇ ਦੁਆਲੇ ਹੋ ਗਏ ਹੈ ਕਿ ਬੂਸਟਰ ਖੁਰਾਕ ਲਓ ਤਾਂ ਜੋ ਓਮਿਕਰੋਨ ਜਿਹੜਾ ਨਾ ਫੈਲੇ। ਪਰ ਉਹਨਾਂ ਨੂੰ ਚਾਹੀਦਾ ਹੈ ਕਿ ਦੂਸਰੇ ਦੇਸ਼ ਜਿੱਥੇ ਖੁਰਾਕਾਂ ਨਹੀਂ ਜਾ ਰਹੀਆਂ ਵਾਇਰਸ ਦੀਆਂ, ਇਹਦੀਆਂ ਕਰੋਨਾ ਦੀਆਂ ਦਵਾਈਆਂ ਨਹੀਂ ਜਾ ਰਹੀਆਂ, ਉੱਥੇ ਪਹਿਲਾਂ ਪਹੁੰਚਾਈਆਂ ਜਾਣ ਤਾਂ ਜੋ ਬਹੁਤ ਘੱਟ ਇਹਦੇ ਫੈਲਣ ਦਾ ਖਦਸ਼ਾ ਹੋ ਸਕੇ। ਦੇਖੋ, ਇੱਕ ਜਗ੍ਹਾ ਤੇ ਬੂਸਟਰ ਲਗਾਇਆ ਜਾ ਰਿਹਾ ਹੈ, ਪਰ ਕਈ ਮੁਲਕ ਐਸੇ ਨੇ, ਕਈ ਗਰੀਬ ਮੁਲਕ ਐਸੇ ਨੇ, ਵਿਕਾਸਸ਼ੀਲ ਮੁਲਕ ਐਸੇ ਨੇ ਜਿੱਥੇ ਹਜੇ ਪੂਰਾ ਟੀਕਾਕਰਨ ਨਹੀਂ ਹੋਇਆ। ਹਾਲਾਂਕਿ ਅਮਰੀਕਾ ਦੇ ਵਿੱਚ ਵੀ ਕਈ ਲੋਕਾਂ ਨੇ ਆਪਣੀ ਮਨਮਰਜ਼ੀ ਕਰਕੇ ਟੀਕਾਕਰਨ ਨਹੀਂ ਕਰਵਾਇਆ। ਉਹਨਾਂ ਨੂੰ ਵੀ ਗਵਰਨਮੈਂਟ ਅਪੀਲ ਕਰ ਰਹੀ ਹੈ ਕਿ ਤੁਸੀਂ ਵੀ ਟੀਕਾਕਰਨ ਲਗਵਾਓ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੀਦਾ ਤੁਹਾਨੂੰ ਆਪਣੀ ਲਾਈਫ ਤੇ ਵੀ, ਤੇ ਤੁਹਾਡੇ ਕਾਰਨ ਕਿਸੇ ਦੂਸਰੇ ਦੀ ਲਾਈਫ ਦੇ ਉੱਤੇ ਕੋਈ ਰਿਸਕ ਬਣੇ ਉਹ ਵੀ ਤੁਹਾਨੂੰ ਨਹੀਂ ਲੈਣਾ ਚਾਹੀਦਾ। ਤਾਂ ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ ਕਿ ਜਿਨ੍ਹਾਂ ਕੰਟਰੀਜ਼ ਦੇ ਵਿੱਚ ਟੀਕਾਕਰਨ ਨਹੀਂ ਹੋਇਆ ਉੱਥੇ ਟੀਕਾਕਰਨ ਹੋਣਾ ਚਾਹੀਦਾ। ਬੂਸਟਰ ਤਾਂ ਉਸ ਤੋਂ ਬਾਅਦ ਦੀ ਗੱਲ ਹੈ, ਪਹਿਲਾਂ ਟੀਕਾਕਰਨ ਹੋਏਗਾ, ਫਿਰ 6 ਮੰਥਸ ਦੇ ਬਾਅਦ ਬੂਸਟਰ ਹੈ ਜੋ ਉਹਨਾਂ ਨੇ ਟੈਕਨੀਕਲੀ ਟਰਮ ਰੱਖੀ ਹੋਈ ਹੈ। ਔਰ ਇਹ ਸਾਰੀਆਂ ਚੀਜ਼ਾਂ ਅਪਲਾਈ ਹੋਣੀਆਂ ਚਾਹੀਦੀਆਂ ਨੇ। ਪਰ ਬਾਕੀ ਜਿਹੜਾ ਮਾਹੌਲ ਬਣਿਆ ਹੋਇਆ ਹੈ ਕ੍ਰਿਸਮਸ ਦਾ, ਫਿਰ ਨਵੇਂ ਸਾਲ ਦਾ, ਬੱਚਿਆਂ ਦੇ ਵਿੱਚ ਖਾਸ ਉਤਸ਼ਾਹ ਹੁੰਦਾ ਹੈ ਕਿਉਂਕਿ ਹਮੇਸ਼ਾ ਉਹ ਉਤਸਵ ਨੂੰ ਪਸੰਦ ਕਰਦੇ ਨੇ, ਹਮੇਸ਼ਾ ਉਹ ਇਸ ਤਰ੍ਹਾਂ ਦੇ ਜਦੋਂ ਤਿਉਹਾਰ ਆਉਂਦੇ ਨੇ ਪਸੰਦ ਕਰਦੇ ਨੇ। ਤਾਂ ਸ਼ਾਇਦ ਸਾਂਤਾ ਕਲੌਜ਼ ਇਹ ਮੈਸੇਜ ਦੇਗਾ ਇਸ ਵਾਰ ਕਿ ਤੁਸੀਂ ਸਾਰੇ ਟੀਕਾਕਰਨ ਕਰਵਾਓ ਤੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸ਼ਾਇਦ ਬੱਚਿਆਂ ਵਾਸਤੇ ਸਾਂਤਾ ਕਲੌਜ਼ ਆਏਗਾ। ਸੋ ਸਾਂਤਾ ਕਲੌਜ਼ ਅੱਗੇ ਇਹ ਵੀ ਪ੍ਰੇਅਰ ਹੈ ਕਿ ਸਭ ਕੁਝ ਵਧੀਆ ਹੋਵੇ ਔਰ ਓਮਿਕਰੋਨ ਜਿਹੜਾ ਹੈ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾਏ, ਟਲ ਜਾਵੇ ਇਹ ਖਤਰਾ, ਕਿਉਂਕਿ ਕਿਤੇ ਨਾ ਕਿਤੇ ਫਿਰ ਤੋਂ ਉਹੀ ਅੰਦਰ ਭੈ ਬਣਿਆ ਹੋਇਆ ਕਿ ਕਿਤੇ ਫਿਰ ਤੋਂ ਲੋਕਡਾਊਨ ਵੱਲ ਗੱਲ ਨਾ ਵੱਧ ਜਾਏ, ਫਿਰ ਤੋਂ ਉਹ ਦੂਰੀਆਂ ਨਾ ਹੋ ਜਾਣ, ਫਿਰ ਤੋਂ ਸਾਰੀਆਂ ਉਡਾਨਾਂ ਬੰਦ ਨਾ ਹੋ ਜਾਣ, ਫਿਰ ਤੋਂ ਬਿਜ਼ਨਸ ਠੱਪ ਨਾ ਹੋ ਜਾਣ, ਲੋਕਾਂ ਦੀਆਂ ਨੌਕਰੀਆਂ ਫਿਰ ਨਾ ਚਲੀਆਂ ਜਾਣ। ਸੋ ਹੋਵੇ ਇਹ ਕਿ ਇਹ ਖਤਰਾ ਟਲੇ ਤੇ ਫਿਰ ਤੋਂ ਇਕੋਨਮੀਜ਼ ਰਾਈਜ਼ ਕਰਨ, ਬਿਜ਼ਨਸ ਵਧਣ ਤੇ ਲੋਕਾਂ ਦੀਆਂ ਨੌਕਰੀਆਂ ਉਹਨਾਂ ਨੂੰ ਮਿਲਣ ਤੇ ਹਮੇਸ਼ਾ ਵਧੀਆ ਲਾਈਫ ਹੋਵੇ ਤੇ ਸਾਂਤਾ ਕਲੌਜ਼ ਹਮੇਸ਼ਾ ਖੁਸ਼ੀਆਂ ਲੈ ਕੇ ਆਵੇ ਬੱਚਿਆਂ ਵਾਸਤੇ, ਸਾਡੇ ਸਾਰਿਆਂ ਵਾਸਤੇ। ਜੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ, ਪੰਜਾਬ ਦੇ ਵੱਲ ਚੱਲਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਚੱਲ ਰਹੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ
ਸਾਡੇ ਕ੍ਰਿਕਟਰ ਹਰਭਜਨ ਸਿੰਘ ਹੋਣਾ ਨੇ ਆਪਣੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਲੈ ਲਿਆ ਕਿ ਉਹ ਹਰ ਤਰੀਕੇ ਦੀ ਕ੍ਰਿਕਟ ਤੋਂ ਸੰਨਿਆਸ ਲੈਣਗੇ, ਪਰ ਉਸ ਤੋਂ ਬਾਅਦ ਅਟਕਲਾਂ ਸ਼ੁਰੂ ਹੋਈਆਂ ਕਿ ਉਹ ਜੁਆਇਨ ਕਰਨਗੇ ਕੋਈ ਨਾ ਕੋਈ ਪਾਰਟੀ। ਇਸ ਬਾਰੇ ਹਰਭਜਨ ਸਿੰਘ ਹੋਣਾ ਨੇ ਹੁਣ ਆਪਣਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਹਲੇ 2 ਤੋਂ 3 ਦਿਨ ਤਾਂ ਸੋਚਣ ਨੂੰ ਚਾਹੀਦੇ ਨੇ। ਹਾਲਾਂਕਿ ਮੈਂ ਬਿਲਕੁਲ ਵੀ ਇੱਛੁਕ ਨਹੀਂ ਹੈਗਾ ਕਿ ਮੈਂ ਸਿਆਸਤ ਦੇ ਵਿੱਚ ਆਵਾਂ, ਪਰ ਜੇ ਮੈਂ ਆਉਂਦਾ ਵੀ ਹਾਂ ਤਾਂ ਮੈਨੂੰ ਆਉਣ ਤੋਂ ਵੀ ਕੋਈ ਗੁਰੇਜ਼ ਨਹੀਂ ਹੈ। ਮਾਹਿਰਾਂ ਦਾ ਕਹਿਣਾ ਕਿ ਹਰਭਜਨ ਸਿੰਘ ਹਲੇ ਨਹੀਂ ਆਉਣਗੇ। ਸੋ ਹਰਭਜਨ ਸਿੰਘ ਹੋਣਾ ਨੇ ਵੀ ਗੋਲ-ਮੋਲ ਗੱਲ ਕਰ ਦਿੱਤੀ ਹੈ। ਬਾਕੀ ਕਾਫੀ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਹਰਭਜਨ ਸਿੰਘ ਹੋਣਾ ਦੀ ਆਪਸ ਦੇ ਵਿੱਚ ਫੋਟੋ ਵਾਇਰਲ ਹੋਈ ਸੀ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ, ਕਿਉਂਕਿ ਸਿੱਧੂ ਹੋਣਾ ਨੇ ਟਵਿੱਟਰ ਤੇ ਸ਼ੇਅਰ ਕੀਤੀ ਸੀ। ਸੋ ਸਾਰੀ ਜਗ੍ਹਾ ਉਹ ਫੈਲ ਗਈ ਸੀ ਫੋਟੋ। ਇਸ ਤੋਂ ਇਹ ਅਟਕਲਾਂ ਲਗਾਈਆਂ ਸੀ ਕਿ ਸ਼ਾਇਦ ਹਰਭਜਨ ਸਿੰਘ ਹੋਣੀ ਜੁਆਇਨ ਕਰਨਗੇ ਕਾਂਗਰਸ, ਪਰ ਉਹਨਾਂ ਨੇ ਕਹਿ ਦਿੱਤਾ ਕਿ ਹਲੇ ਇਦਾਂ ਦਾ ਕੁਝ ਵੀ ਨਹੀਂ ਹੈ। ਜ਼ਰੂਰੀ ਨਹੀਂ ਹੈ ਕਿ ਇੱਕ ਫੋਟੋ ਸ਼ੇਅਰ ਕਰਨ ਦੇ ਨਾਲ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸਿਆਸਤ ਦੇ ਵਿੱਚ ਆ ਰਹੇ ਹੋ। ਸੋ ਸੰਨਿਆਸ ਤਾਂ ਲੈ ਰਹੇ ਨੇ ਹੁਣ। ਨੋਬਡੀ ਨੋਜ਼ ਕਿ ਕੀ ਹੋਏਗਾ ਕੀ ਨਹੀਂ ਹੋਏਗਾ, ਕਿਉਂਕਿ ਹਰ ਬੰਦਾ ਜੋ ਹੈ ਗੱਲ ਛੁਪਾ ਕੇ ਰੱਖਦਾ ਹੈ। ਜਦੋਂ ਟਾਈਮ ਆਏਗਾ ਉਦੋਂ ਹੀ ਐਕਸਪੋਜ਼ ਕੀਤਾ ਜਾਏਗਾ, ਉਦੋਂ ਵੀ ਇਹ ਗੱਲ ਕੱਢੀ ਜਾਏਗੀ, ਕਿਉਂਕਿ ਇਲੈਕਸ਼ਨਸ ਦਾ ਮਾਹੌਲ ਹੈ। ਬਾਕੀ ਰਿਹਾ ਕ੍ਰਿਕਟ ਤੋਂ ਸੰਨਿਆਸ ਲੈਣਾ ਹੁੰਦਾ ਹੈ ਕਿ ਤੁਸੀਂ ਐਕਟਿਵ ਲਾਈਫ ਤੋਂ ਸੰਨਿਆਸ ਲੈ ਕੇ ਤੁਸੀਂ ਬੈਠ ਗਏ ਹੋ, ਪਰ ਕ੍ਰਿਕਟ ਤਾਂ ਤੁਹਾਡੇ ਅੰਦਰ ਹੈ, ਉਹ ਤਾਂ ਕਿਤੇ ਨਹੀਂ ਜਾਣਾ। ਮੌਕੇ ਤੇ ਜਦੋਂ ਉਹਨਾਂ ਦੀ ਲੋੜ ਪੈਣੀ ਹੈ, ਜਿਵੇਂ ਅੱਜ ਸਚਿਨ ਵੀ ਨੇ ਸੰਨਿਆਸ ਲੈ ਚੁੱਕੇ ਨੇ, ਪਰ ਜਿੱਥੇ ਵੀ ਉਹਨਾਂ ਦੀ ਲੋੜ ਪੈਂਦੀ ਹੈ ਉਹ ਜ਼ਰੂਰ ਆਉਂਦੇ ਨੇ। ਉੱਦਾਂ ਹੀ ਹਰਭਜਨ ਜੀ ਵੀ ਉੱਥੇ ਜਾਣਗੇ ਜਿੱਥੇ ਲੋੜ ਪਏਗੀ, ਉਹਨਾਂ ਦੀ ਖਿਡਾਰੀਆਂ ਨੂੰ ਪਏਗੀ, ਦੇਸ਼ ਨੂੰ ਪਏਗੀ, ਜਿੱਥੇ ਵੀ ਲੋੜ ਪੈਣੀ ਹੈ। ਬਾਕੀ ਰਿਹਾ ਸਿਆਸਤ ਦਾ ਮਾਮਲਾ। ਹੁਣ ਤੁਸੀਂ ਅੱਛੇ ਕ੍ਰਿਕਟਰ ਹੋ, ਨੋ ਡਾਊਟ ਅਬਾਊਟ ਇਟ, ਬਹੁਤ ਅੱਛੇ ਬੋਲਰ ਹੋ, ਨੋ ਡਾਊਟ ਅਬਾਊਟ ਇਟ। ਹੁਣ ਕਿੰਨੇ ਵਧੀਆ ਤੁਸੀਂ ਰਾਜਨੀਤੀ ਦੇ ਵਿੱਚ ਖਿਡਾਰੀ ਸਾਬਤ ਹੋ ਸਕਦੇ ਹੋ, ਇਹ ਤਾਂ ਸਮਾਂ ਦੱਸੇਗਾ। ਇਹ ਹਰਭਜਨ ਸਾਹਿਬ ਨੂੰ ਖੁਦ ਕੰਸੀਡਰ ਕਰਨਾ ਚਾਹੀਦਾ ਕਿ ਉਹ ਰਾਜਨੀਤੀ ਵਾਸਤੇ ਕਿੰਨੇ ਕੁ ਤਿਆਰ ਨੇ, ਜਾਂ ਉਹਨਾਂ ਨੂੰ ਹਜੇ ਤਿਆਰੀ ਦੀ ਲੋੜ ਹੈ, ਕਿਉਂਕਿ ਬਹੁਤ ਵੱਡੀ ਬਾਗਡੋਰ ਹੈ। ਜਿਵੇਂ ਕ੍ਰਿਕਟ ਦੇ ਮੈਦਾਨ ਦੇ ਵਿੱਚ ਆ ਕੇ ਸਕੋਰ ਰਨ ਕਰਨਾ ਜ਼ਰੂਰੀ ਹੈ, ਵਿਕਟਾਂ ਲੈਣੀਆਂ ਜ਼ਰੂਰੀ ਨੇ, ਮੈਚ ਜਿੱਤਣਾ ਜ਼ਰੂਰੀ ਹੈ, ਔਰ ਸਪੋਰਟਸਮੈਨਸ਼ਿਪ ਦੇ ਨਾਲ ਜਿੱਤਣਾ ਜ਼ਰੂਰੀ ਹੈ। ਠੀਕ ਉਸੇ ਤਰ੍ਹਾਂ ਹੀ ਬਹੁਤ ਕੁਝ ਚਾਹੀਦਾ ਰਾਜਨੀਤੀ ਦੇ ਵਿੱਚ। ਜੋ ਲੋਕ ਸ਼ੁਰੂ ਤੋਂ ਲੱਗੇ ਹੋਏ ਨੇ, ਜਿਨ੍ਹਾਂ ਦਾ ਬੈਂਟ ਆਫ ਮਾਈਂਡ ਹੀ ਇਹ ਹੈ, ਜਿਨ੍ਹਾਂ ਦਾ ਸਾਰਾ ਸਟਰਕਚਰ ਹੀ ਇੰਦਾ ਬਣਿਆ ਹੋਇਆ ਅੰਦਰੋਂ ਕਿ ਉਹ ਰਾਜਨੀਤੀ ਵਾਸਤੇ ਹੀ ਬਣੇ ਨੇ, ਉਹ ਲੋਕ ਵੀ ਨੇ। ਤੇ ਤੁਸੀਂ ਨਵੇਂ ਆਏ ਹੋ, ਕਿੰਨੀ ਕੁ ਤਿਆਰੀ ਹੈ ਤੁਹਾਡੀ, ਇਹ ਤੁਹਾਨੂੰ ਖੁਦ ਦੇਖਣਾ ਪਏਗਾ। ਕਿਉਂਕਿ ਜੇ ਤੁਸੀਂ ਰਾਜਨੀਤੀ 'ਚ ਆਉਂਦੇ ਹੋ, ਕੋਈ ਅਹੁਦਾ ਸਾਂਭਦੇ ਹੋ, ਤੇ ਤੁਹਾਡੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਹੈ। ਦੂਸਰੇ ਲੋਕਾਂ ਦੀ ਜ਼ਿੰਦਗੀ ਵੀ ਤੁਹਾਡੇ ਉੱਤੇ ਡਿਪੈਂਡ ਕਰਦੀ ਹੁੰਦੀ ਹੈ। ਬਿਲਕੁਲ ਸਹੀ ਕਹਿ ਰਹੇ। ਔਰ ਹਰਭਜਨ ਸਿੰਘ ਹੋਣੀ ਜਿਹੜੇ ਆ ਨਾ, ਕਾਫੀ ਜ਼ਿਆਦਾ ਕ੍ਰਿਕਟ ਦੇ ਵਿੱਚ ਉਹਨਾਂ ਨੇ ਨਾਮ ਕਮਾਇਆ, ਵੀ ਦੇਸ਼ ਦੀ ਧਰਤੀ ਤੇ ਵੀ ਵਿਕਟਾਂ ਲਈਆਂ। ਇੱਕ ਛੋਟੇ ਜਿਹੇ ਮਹੱਲੇ ਤੋਂ ਉੱਭਰ ਕੇ ਉਹਨਾਂ ਨੇ ਇਕੱਲੇ ਬ੍ਰਦਰ, ਇੰਨੀਆਂ ਭੈਣਾਂ ਦੇ, ਔਰ ਉਸ ਤੋਂ ਬਾਅਦ ਸਿਰ ਤੇ ਫਾਦਰ ਦਾ ਸਾਇਆ ਵੀ ਨਹੀਂ, ਮਿਹਨਤ ਕਰਕੇ ਜੋ ਮੁਕਾਮ ਉਹਨਾਂ ਨੇ ਹਾਸਲ ਕੀਤਾ, ਉਹ ਬਹੁਤ ਸਾਰੇ ਲੋਕ ਉਹਨਾਂ ਤੋਂ ਮੋਟੀਵੇਟ ਹੁੰਦੇ ਆਏ ਆ। ਬਿਲਕੁਲ ਸੈਲਿਊਟ ਹੈ ਉਹਨਾਂ ਦੀ ਮਿਹਨਤ ਨੂੰ। ਪਰ ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਨਾ, ਉਹਦੇ ਵਾਸਤੇ ਇੱਕ ਡਿਫਰੈਂਟ ਫੀਲਡ ਹੈ, ਉਹਦੇ ਵਾਸਤੇ ਡਿਫਰੈਂਟ ਤਿਆਰੀ ਚਾਹੀਦੀ ਹੈ। ਇਸ ਕਰਕੇ ਇਸ ਗੱਲ ਨੂੰ ਗੌਰ ਕਰਨਾ ਚਾਹੀਦਾ ਹਰਭਜਨ ਜੀ ਨੂੰ ਕਿ ਉਹ ਵਾਕਈ ਰਾਜਨੀਤੀ ਵਾਸਤੇ ਤਿਆਰ ਨੇ, ਉਹ ਰਾਜਨੀਤੀ ਖੇਡ ਸਕਦੇ ਨੇ, ਉਹ ਅਹੁਦਾ ਸੰਭਾਲ ਸਕਦੇ, ਉਹਨਾਂ ਦੇ ਵਿੱਚ ਉਹ ਕਾਬਲੀਅਤ, ਉਹ ਹੁਨਰ ਮੌਜੂਦ ਹੈ। ਸੋ ਇਹ ਗੱਲਾਂ ਉਹਨਾਂ ਨੂੰ ਦੇਖਣੀਆਂ ਪੈਣਗੀਆਂ। ਤੇ ਨਾਲ ਵੜਿੰਗ ਸਾਹਿਬ ਵੀ, ਆਪਣੇ ਰਾਜਾ ਵੜਿੰਗ ਜੀ ਵੀ ਬਹੁਤ ਗੱਲਾਂ ਦੇਖ ਰਹੇ ਨੇ। ਮਤਲਬ ਆਪਾਂ ਹੁਣ ਰੁਖ ਕਰ ਰਹੇ ਹਾਂ ਅਗਲੀ ਖਬਰ ਵੱਲ। ਬਿਲਕੁਲ ਕਰ ਰਹੇ ਹਾਂ ਜੀ। ਔਰ ਕੇਜਰੀਵਾਲ ਸਾਹਿਬ ਆਏ ਨੇ ਤੇ ਉਹਨਾਂ ਨੂੰ ਮਿਲਣ ਵਾਸਤੇ ਰਾਜਾ ਵੜਿੰਗ ਸਾਹਿਬ ਕਹਿੰਦੇ ਨੇ ਕਿ ਮੈਂ ਮਿਲਣਾ ਚਾਹੁੰਦਾ। ਨਾ ਦਿੱਲੀ ਵਿੱਚ ਮੈਨੂੰ ਟਾਈਮ ਦਿੰਦੇ ਪਏ ਨੇ, ਨਾ ਇੱਥੇ ਮੈਨੂੰ ਟਾਈਮ ਦਿੰਦੇ ਪਏ ਨੇ। ਕਿੰਨੀਆਂ ਚਿੱਠੀਆਂ ਲਿਖ ਚੁੱਕਾ, ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਹੈ, ਮੈਨੂੰ ਮਿਲਦੇ ਕਿਉਂ ਨਹੀਂ ਹੈ। ਕਿਉਂਕਿ ਮੈਂ ਬੱਸਾਂ ਦੇ ਮਾਮਲੇ 'ਚ ਮਿਲਣਾ ਚਾਹੁੰਦਾ ਕਿ ਸਾਰੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਪਰਮਿਸ਼ਨ ਕਿਉਂ ਨਹੀਂ ਹੈ, ਸਿਰਫ ਖਾਸ ਬੱਸਾਂ ਨੂੰ ਕਿਉਂ ਪਰਮਿਸ਼ਨ ਮਿਲਦੀ ਹੈ। ਅਸੀਂ ਸਰਕਾਰੀ ਬੱਸਾਂ ਨੂੰ ਵੀ ਉੱਥੇ ਪਹੁੰਚਾਉਣਾ ਚਾਹੁੰਦੇ ਹਾਂ। ਤੇ ਮੈਂ ਗੱਲਬਾਤ ਕਰਨਾ ਚਾਹੁੰਦਾ ਸੀਗਾ ਦਿੱਲੀ ਦੇ ਹਾਲਾਤ ਬਾਰੇ, ਮੈਂ ਗੱਲਬਾਤ ਕਰਨਾ ਚਾਹੁੰਦਾ ਸੀ ਪੰਜਾਬ ਦੇ ਹਾਲਾਤ ਬਾਰੇ, ਪਰ ਇਹ ਸੀਐਮ ਸਾਹਿਬ ਮੈਨੂੰ ਟਾਈਮ ਕਿਉਂ ਨਹੀਂ ਦਿੰਦੇ ਪਏ। ਉਹਨਾਂ ਨੂੰ ਇਹ ਬੜਾ ਫਿਕਰ ਲੱਗਾ ਹੋਇਆ ਰਾਜਾ ਵੜਿੰਗ ਸਾਹਿਬ ਨੂੰ। ਬਿਲਕੁਲ, ਰਾਜਾ ਵੜਿੰਗ ਹੋਣਾ ਦੀ ਤੇ ਕੇਜਰੀਵਾਲ ਹੋਣਾ ਦੀ ਆਮੋ ਸਾਹਮਣੇ ਬਹਿਸ ਹੋਣ ਦੀਆਂ ਵੀ ਗੱਲਾਂ ਆਈਆਂ ਨੇ, ਔਰ ਉਹਨਾਂ ਦੀ ਬਹਿਸ ਕਾਫੀ ਵੱਧ ਚੁੱਕੀ ਹੈ। ਭਗਵੰਤ ਮਾਨ ਹੋਣਾ ਨੇ ਵੀ ਇਸ ਦੇ ਵਿੱਚ ਆਪਣੀ ਸ਼ਮੂਲੀਅਤ ਦਿੱਤੀ ਹੈ। ਉਹਨਾਂ ਨੇ ਵੀ ਰਾਜਾ ਵੜਿੰਗ ਹੋਣਾ ਦੇ ਖਿਲਾਫ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਹੈ। ਸੋ ਇਹ ਮਾਮਲਾ ਭਖਦਾ ਨਜ਼ਰ ਆ ਰਿਹਾ। ਬਿਲਕੁਲ, ਜਿਵੇਂ ਰਾਜਨੀਤੀ ਭਖਦੀ ਪਈ ਹੈ, ਜਿਵੇਂ ਚੋਣਾਂ ਦਾ ਮੁੱਦਾ ਭੁਖਦਾ ਪਿਆ ਹੈ, ਉਵੇਂ ਹਰ ਗੱਲ ਭਖਦੀ ਪਈ ਹੈ। ਕਿਉਂਕਿ ਇਹ ਮੌਸਮ ਹੀ ਐਸਾ ਹੈ ਕਿ ਜਿਹਦੇ ਵਿੱਚ ਸਭ ਕੁਝ ਭਖਦਾ ਹੋਇਆ ਹੀ ਨਜ਼ਰ ਆਉਂਦਾ ਹੈ। ਪਰ ਇਹਦੇ ਵਿੱਚੋਂ ਜੋ ਪੰਜਾਬ ਦਾ ਭਲਾ ਕਰਨ ਵਾਲੇ ਲੋਕ ਬਾਹਰ ਨਿਕਲਣ, ਸਾਹਮਣੇ ਆਉਣ, ਤਾਂ ਹੀ ਗੱਲ ਬਣ ਸਕਦੀ ਹੈ। ਕਿਉਂਕਿ ਇਹ ਤਾਂ ਅਸੀਂ ਇਹਨਾਂ ਦੀਆਂ ਪਰਸਨਲ ਲਾਈਫ ਹੀ ਡਿਸਕਸ ਕਰੀ ਜਾ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਪਰਸਨਲ ਮੁੱਦੇ ਨੇ, ਇੱਕ ਦੂਜੇ ਦੇ ਉੱਤੇ ਗੁੱਸਾ ਕੱਢਦੇ ਪਏ ਨੇ, ਉਹੀ ਡਿਸਕਸ ਕਰਦੇ ਪਏ ਹਾਂ। ਇਹਦੇ ਨਾਲ ਪੰਜਾਬ ਨੂੰ ਤਾਂ ਕੋਈ ਲਾਭ ਹੋਣ ਵਾਲਾ ਨਹੀਂ ਹੈ। ਤੇ ਨਹੀਂ, ਹਾਲਾਂਕਿ ਵੜਿੰਗ ਹੋਣਾ ਦਾ ਤਾਂ ਪੰਜਾਬ ਦੇ ਲਾਭ ਨੂੰ ਲੈ ਕੇ ਬਹਿਸ ਹੋ ਰਹੀ ਹੈ ਨਾ ਕੇਜਰੀਵਾਲ ਹੋਣਾ ਦੇ ਨਾਲ, ਕਿ ਸਰਕਾਰੀ ਬੱਸਾਂ ਨੂੰ ਕਿਉਂ ਨਹੀਂ ਏਅਰਪੋਰਟ ਤੇ ਜਾਣ ਦਿੱਤਾ ਜਾਂਦਾ, ਪ੍ਰਾਈਵੇਟ ਬੱਸਾਂ ਹੀ ਕਿਉਂ ਜਾਂਦੀਆਂ। ਬਿਲਕੁਲ, ਇਹ ਤਾਂ ਸਿੱਧਾ ਸਾਦਾ ਮਾਮਲਾ ਹੈ। ਇਹਦੇ ਉੱਤੇ ਬਹਿਸ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ, ਕਿਉਂਕਿ ਇਹ ਬਿਲਕੁਲ ਕਲੀਅਰ ਮਾਮਲਾ ਹੈ ਕਿ ਕੋਈ ਖਾਸ ਬੱਸਾਂ ਹੀ ਕਿਉਂ ਜਾਣ ਏਅਰਪੋਰਟ ਤੱਕ, ਸਾਰੀਆਂ ਬੱਸਾਂ ਕਿਉਂ ਨਾ ਜਾਣ। ਇਹ ਤਾਂ ਇੱਕ ਬਿਲਕੁਲ ਸਿੱਧੀ ਸਾਦੀ ਗੱਲ ਹੈ, ਸਰਕਾਰੀ ਬੱਸਾਂ ਕਿਉਂ ਨਾ ਜਾਣ। ਪਰ ਜੇ ਇਹਦੇ ਵਿੱਚ ਕੋਈ ਅੜਚਨ ਹੈ ਤਾਂ ਵਾਕਈ ਮਾਮਲਾ ਗੰਭੀਰ ਹੈ, ਜਿਹਦੇ ਉੱਤੇ ਸਾਨੂੰ ਸਾਰਿਆਂ ਨੂੰ ਹੀ ਇਸ ਗੱਲ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਚੱਲ ਕੀ ਰਿਹਾ ਹੈ।
ਦੂਜੀ ਗੱਲ ਇਹ ਹੈ ਕਿ ਜੋ ਪੰਜਾਬ ਦਾ ਲਾਭ ਹੈ ਉਹਦੇ ਵਿੱਚ ਇਹ ਵੀ ਇੱਕ ਪੁਆਇੰਟ ਹੈ ਕਿ ਬੱਸਾਂ ਸਰਕਾਰੀ ਉੱਤੇ ਪਹੁੰਚਣ, ਕਿਉਂਕਿ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਆਉਣਾ ਚਾਹੀਦਾ ਹੈ। ਬਾਕੀ ਦੇ ਮੁੱਦੇ ਵੀ ਪਏ ਨੇ, ਉਹਨਾਂ ਉੱਤੇ ਵੀ ਸਾਰੀ ਗੱਲਬਾਤ ਹੋਣੀ ਚਾਹੀਦੀ ਹੈ, ਪਰ ਉਸ ਦੇ ਉੱਤੇ ਕੋਈ ਖਾਸ ਦਿਲਚਸਪੀ ਕਿਸੇ ਪਾਸਿਓਂ ਨਜ਼ਰ ਨਹੀਂ ਆ ਰਹੀ। ਇੱਕ ਦੂਜੇ ਦੇ ਉੱਤੇ ਬਸ ਤੰਜ਼ ਹੀ ਕੱਸੇ ਜਾ ਰਹੇ ਨੇ। ਹੁਣ ਸੁਖਬੀਰ ਬਾਦਲ ਸਾਹਿਬ ਪਹੁੰਚੇ ਨੇ ਲੁਧਿਆਣਾ DMC ਦੇ ਵਿੱਚ ਸਾਰਿਆਂ ਨੂੰ ਦੇਖਣ ਵਾਸਤੇ, ਜਿਹੜੇ ਗੰਭੀਰ ਨੇ ਬੰਬ ਬਲਾਸਟ ਦੇ ਵਿੱਚ। ਉੱਥੇ ਜਾ ਕੇ ਉਹਨਾਂ ਨੇ ਹੋਰ ਬਿਆਨਬਾਜ਼ੀ ਕੀਤੀ ਹੈ ਕਿ ਨਾ ਸਰਕਾਰ ਦੇ ਕੋਲ ਇਹ ਕਾਬਲੀਅਤ ਹੈ ਕਿ ਉਹ ਐਡਮਿਨਿਸਟ੍ਰੇਸ਼ਨ ਦੇਖ ਸਕਦੀ ਹੈ, ਨਾ ਪੁਲਿਸ ਮਹਿਕਮੇ ਕੋਲ ਇਹ ਕਾਬਲੀਅਤ ਹੈ ਕਿ ਉਹ ਐਡਮਿਨਿਸਟ੍ਰੇਸ਼ਨ ਦੇਖ ਸਕਦੀ ਹੈ। ਇਸ ਕਰਕੇ ਇਹ ਵੀ ਉਹਨਾਂ ਦੇ ਉੱਤੇ ਤੰਜ਼ ਕੱਸ ਦਿੱਤਾ ਹੈ ਉਹਨਾਂ ਨੇ। ਹਾਲਾਂਕਿ ਪਹਿਲਾਂ ਵੀ ਕਈ ਮਾਮਲੇ ਹੁੰਦੇ ਨੇ ਬੰਬਾਂ ਦੇ, ਪਰ ਇਸ ਵਕਤ ਕਿਉਂਕਿ ਇਲੈਕਸ਼ਨਸ ਦਾ ਮਾਹੌਲ ਹੈ, ਇਸ ਕਰਕੇ ਹਰ ਬੰਦਾ ਉਸ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ। ਬਿਲਕੁਲ, ਔਰ ਇਲੈਕਸ਼ਨ ਦਾ ਮਾਹੌਲ ਹੈ, ਮਾਹੌਲ ਗਰਮਾਇਆ ਵੀ ਕਾਫੀ ਹੋਇਆ। ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਹਾਈ ਅਲਰਟ, ਰੈੱਡ ਅਲਰਟ ਉਹਨਾਂ ਏਰੀਆਜ਼ ਦੇ ਵਿੱਚ ਕਰ ਦਿੱਤਾ ਗਿਆ। ਸੋ ਕੋਈ ਵੀ ਰਾਜਨੀਤਿਕ ਪਾਰਟੀ ਇਸ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ। ਸਾਰੇ ਆਪਣੀ ਆਪਣੀ ਦੇਖੋ, ਉਹਨਾਂ ਦਾ ਵੈਸੇ ਫਰਜ਼ ਵੀ ਹੁੰਦਾ ਵਿਰੋਧੀ ਧਿਰਾਂ ਦਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹਰੇਕ ਮਾਮਲੇ ਦੇ ਉੱਤੇ ਉਹਨਾਂ ਦੀ ਪ੍ਰਤੀਕਿਰਿਆ ਆਉਣੀ ਜ਼ਰੂਰੀ ਹੈ। ਪਰ ਹੁਣ ਇਹ ਹੈ ਨਾ ਕਿ ਚਾਹੇ ਪ੍ਰਤੀਕਿਰਿਆ ਸੱਚੇ ਦਿਲੋਂ ਆਵੇ ਚਾਹੇ ਝੂਠੇ ਦਿਲੋਂ ਆਵੇ, ਹੁਣ ਜਨਤਾ ਦੇ ਵੱਲੋਂ ਉਸਨੂੰ ਇੱਕ ਰਾਜਨੀਤਿਕ ਖੇਡ ਹੀ ਸਮਝਿਆ ਜਾਏਗਾ ਕਿ ਰਾਜਨੀਤਿਕ ਦਾਅ ਪੇਚ ਹੀ ਉਹਨਾਂ ਦੇ ਵੱਲੋਂ ਖਿੱਚੇ ਜਾ ਰਹੇ ਆ। ਦੇਖੋ, ਜਨਤਾ ਬੁੱਧੂ ਨਹੀਂ ਹੈ, ਉਹ ਸਭ ਕੁਝ ਸਮਝਦੀ ਹੈ, ਕਿਉਂਕਿ ਪ੍ਰਤੀਕਿਰਿਆ ਦੇਣ ਦਾ ਇੱਕ ਤਰੀਕਾ ਹੁੰਦਾ ਹੈ। ਇਦਾਂ ਦਾ ਤਰੀਕੇ ਨਹੀਂ ਹੁੰਦੇ ਕਿ ਤੁਸੀਂ ਠਾ ਸੋਟਾ। ਸਿੱਧੀ ਸਾਦੀ ਗੱਲ ਹੈ ਕਿ ਤੁਸੀਂ ਫੈਕਟਸ ਦੇ ਉੱਤੇ ਗੱਲ ਕਰੋ, ਤੁਸੀਂ ਗੱਲ ਕਰੋ, ਕੁਝ ਸੁਲਝੀ ਹੋਈ ਗੱਲ ਕਰੋ, ਜਿਹੜੀ ਸਮਝ ਆਵੇ ਕਿ ਇਹ ਪ੍ਰਤੀਕਿਰਿਆ ਆ ਰਹੀ ਹੈ ਕਾਹਦੇ ਵਾਸਤੇ ਆ ਰਹੀ ਹੈ, ਕਿ ਜਿਹੜੀ ਸੱਤਾ 'ਚ ਬੈਠੀ ਹੋਈ ਸਰਕਾਰ ਹੈ ਉਹ ਆਪਣੀ ਕਾਰਗੁਜ਼ਾਰੀ ਬਿਹਤਰ ਕਰੇ। ਪਰ ਤੁਸੀਂ ਉਸ ਚੀਜ਼ ਨੂੰ ਨਹੀਂ ਲੈ ਕੇ ਚੱਲ ਰਹੇ, ਤੁਸੀਂ ਕਿਸ ਚੀਜ਼ ਨੂੰ ਲੈ ਕੇ ਚੱਲ ਰਹੇ ਹੋ ਕਿ ਉਹ ਕੰਮ ਹੀ ਨਾ ਕਰ ਸਕੇ, ਉਹਦੀਆਂ ਲੱਤਾਂ ਖਿੱਚੋ। ਕਿਉਂ? ਕਿਉਂਕਿ ਜੋ ਕੰਮ ਕਰ ਗਈ ਤਾਂ ਜਨਤਾ ਦੇ ਦਿਲਾਂ 'ਚ ਉਹਦੀ ਇਮੇਜ ਬਣ ਜਾਊਗੀ, ਜਨਤਾ ਦੇ ਦਿਲਾਂ ਦੇ ਵਿੱਚ ਉਹਦਾ ਇੱਕ ਅਕਸ ਬਣ ਜਾਏਗਾ, ਉਹ ਛਾ ਜਾਊਗੀ। ਤੇ ਅਗਲੀ ਵਾਰ ਇਲੈਕਸ਼ਨਸ ਦੇ ਵਿੱਚ ਅਸੀਂ ਸੀਟ ਤੇ ਕਿਵੇਂ ਬੈਠਾਂਗੇ, ਅਸੀਂ ਗੱਦੀ ਤੇ ਕਿਵੇਂ ਬੈਠਾਂਗੇ। ਜੇ ਇਹ ਗੱਦੀ ਦੀ ਗੱਲ ਦਿਮਾਗ 'ਚੋਂ ਨਿਕਲ ਜਾਵੇ, ਸਿੱਧੀ ਔਰ ਸਿੱਧੀ ਸੂਬੇ ਦੀ ਭਲਾਈ ਦੀ ਗੱਲ ਹੋਵੇ, ਤਾਂ ਸ਼ਾਇਦ ਇਹੋ ਜਿਹੀ ਪ੍ਰਤੀਕਿਰਿਆ ਦੇਖਣ ਨੂੰ ਨਹੀਂ ਮਿਲੇਗੀ। ਸਿੱਧੀਆਂ ਸਾਦੀਆਂ ਗੱਲਾਂ ਮਿਲਣਗੀਆਂ, ਚਾਹੇ ਉਹ ਕੇਜਰੀਵਾਲ ਸਾਹਿਬ ਨਾਲ ਵੜਿੰਗ ਸਾਹਿਬ ਦੀ ਬਹਿਸ ਹੋਵੇ, ਚਾਹੇ ਭਗਵੰਤ ਮਾਨ ਸਾਹਿਬ ਉਹਦੇ ਵਿੱਚ ਛਾਲ ਮਾਰ ਕੇ ਆਉਂਦੇ ਨੇ, ਉਹ ਆਪਣੀ ਬਹਿਸਬਾਜ਼ੀ, ਆਪਣੀ ਬਿਆਨਬਾਜ਼ੀ ਕਰਦੇ ਨੇ। ਕਿਸੇ ਵੀ ਪ੍ਰਕਾਰ ਦੀ ਤੁਸੀਂ ਗੱਲ ਦੇਖ ਲਵੋ, ਜੇ ਸਿੱਧੀ ਗੱਲ ਪੰਜਾਬ ਸੂਬੇ ਦੀ ਹੋਵੇ, ਪੰਜਾਬ ਦੇ ਲੋਕਾਂ ਦੀ ਹੋਵੇ, ਤਾਂ ਆਹ ਕੁਝ ਨਹੀਂ ਦੇਖਣ ਨੂੰ ਮਿਲੇਗਾ ਜਿਹੜਾ ਤਮਾਸ਼ਾ ਅਸੀਂ ਦੇਖਦੇ ਪਏ ਹਾਂ। ਜੀ, ਅਗਲੀ ਖਬਰ ਹੈ ਸਿੱਧੂ ਮੂਸੇਵਾਲਾ ਹੁਣਾਂ ਤੇ ਸੁਖਬੀਰ ਬਾਦਲ ਦੇ ਨਾਲ ਜੁੜੀ ਹੋਈ। ਸਿੱਧੂ ਮੂਸੇਵਾਲਾ ਵਾਲੇ ਹੁਣਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਹੁਣਾਂ ਨੂੰ ਕੋਈ ਵੀ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ। ਕਿਸੇ ਨੇ ਨਹੀਂ ਸੀ ਸੋਚਿਆ ਕਿ CM ਚੰਨੀ ਹੁਣੀ ਮੁੱਖ ਮੰਤਰੀ ਬਣਨਗੇ। ਸੋ ਸੁਖਬੀਰ ਬਾਦਲ ਹੁਣੀ ਮੇਰੇ ਬਾਰੇ ਵੀ ਕੋਈ ਵੀ ਬਿਆਨ ਸੋਚ ਕੇ ਦੇਣ ਕਿ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਅਗਲਾ ਕਿੱਥੇ ਪਹੁੰਚ ਜਾਏਗਾ, ਕੀ ਹੋਏਗਾ। ਹਾਲਾਂਕਿ ਮੈਨੂੰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਹੁਣਾਂ ਦੀ ਗੱਲ ਸਹੀ ਵੀ ਲੱਗਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਰਾਜਨੀਤੀ ਦੇ ਵਿੱਚ ਬਿਆਨਬਾਜ਼ੀ ਚੱਲਦੀ ਰਹਿੰਦੀ ਹੈ। ਕਿਸੇ ਦੇ ਬਾਰੇ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਤੇ ਸਮਝਣਾ ਜ਼ਰੂਰੀ ਹੈ। ਉਹ ਤਾਂ ਹਮੇਸ਼ਾ ਹੀ ਹੈ, ਸਿਆਣੇ ਕਹਿੰਦੇ ਨੇ ਕਿ ਜੋ ਵੀ ਕੁਝ ਬੋਲਣਾ ਹੈ ਉਸ ਤੋਂ ਪਹਿਲਾਂ ਸੋਚੋ, ਸੋਚ ਕੇ ਬੋਲੋ। ਬੋਲੋ, ਬਿਲਕੁਲ ਤੋਲੋ ਫਿਰ ਬੋਲੋ। ਜੇ ਬਿਨਾਂ ਸੋਚੇ ਸਮਝੇ ਤੁਸੀਂ ਬੋਲੋਗੇ ਤਾਂ ਵਾਕਈ ਉਹਦਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪਏਗਾ। ਠੀਕ ਹੈ ਇਹ ਗੱਲ ਕਿ ਅਗਲਾ ਅੱਜ ਇੱਥੇ ਹੈ ਤੇ ਅਗਲਾ ਅੱਗੇ ਜਾ ਕੇ ਪਤਾ ਨਹੀਂ ਕਿੱਥੇ ਪਹੁੰਚੂਗਾ, ਤੇ ਤੁਸੀਂ ਉਦੋਂ ਫਿਰ ਪਛਤਾਓਗੇ ਇਸ ਗੱਲ ਨੂੰ ਕਿ ਮੈਂ ਕੀ ਕਹਿ ਬੈਠਾ। ਸੋ ਗੱਲ ਇਹ ਹੈ ਕਿ ਹਰ ਗੱਲ ਦੇ ਵਿੱਚ, ਹਰ ਬਿਆਨ ਦੇ ਵਿੱਚ ਤੁਸੀਂ ਇੱਕ ਜੈਂਟਲਮੈਨ ਦੀ ਤਰ੍ਹਾਂ ਗੱਲ ਕਰੋ, ਤਾਂ ਕਿ ਨਾ ਤੁਹਾਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਵੇ, ਨਾ ਅਗਲੇ ਦੀ ਬੇਇੱਜ਼ਤੀ ਕਰੋ ਤੁਸੀਂ। ਸਿੱਧੀ ਸਾਦੀ ਗੱਲ ਤਾਂ ਇਹੀ ਹੈ ਨਾ ਕਿ ਸਾਰਾ ਬਿਹੇਵੀਅਰ ਪਬਲਿਕ ਦੇ ਸਾਹਮਣੇ ਆਉਂਦਾ ਹੈ, ਤੇ ਪਬਲਿਕ ਕਹਿੰਦੀ ਹੈ ਕਿ ਜੇ ਸਾਡੇ ਨੁਮਾਇੰਦੇ ਇਦਾਂ ਦੀ ਸੋਚ ਰੱਖਦੇ ਨੇ, ਇਦਾਂ ਦਾ ਬਿਹੇਵੀਅਰ, ਇਦਾਂ ਦਾ ਵਤੀਰਾ ਰੱਖਦੇ ਨੇ, ਤਾਂ ਇਹ ਕੱਲ੍ਹ ਨੂੰ ਕੀ ਰਾਜਗੱਦੀ ਸੰਭਾਲਣਗੇ ਤੇ ਕੀ ਸਾਡੇ ਵਾਸਤੇ ਇਹਨਾਂ ਨੇ ਕੰਮ ਕਰਨਾ ਹੈ। ਇਹਨਾਂ ਦੇ ਤਾਂ ਆਪਣੇ ਮਸਲੇ ਖਤਮ ਨਹੀਂ ਹੁੰਦੇ। ਸੋ ਇੱਕ ਗੱਲ ਤਾਂ ਇਹ ਸਾਹਮਣੇ ਆਈ ਕਿ ਜਿਹੜੀ ਸੁਖਬੀਰ ਬਾਦਲ ਸਾਹਿਬ ਬਾਰੇ ਕਹੀ ਹੈ ਮੂਸੇਵਾਲਾ ਜੀ ਨੇ ਕਿ ਇਦਾਂ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ। ਤੇ ਦੂਜੀ ਗੱਲ ਇਹ ਹੈ ਕਿ ਜੋ ਹਾਈ ਕਮਾਨ ਹੈ ਕਾਂਗਰਸ ਦੀ, ਉਹਨੇ ਵੀ ਪੜਥੂ ਪਾ ਦਿੱਤਾ ਹੈ ਸਾਰਿਆਂ ਵਾਸਤੇ ਪੰਜਾਬ ਦੇ ਵਿੱਚ, ਕਿ ਉਹ ਕਹਿੰਦੇ ਨੇ ਟਿਕਟਾਂ ਸਿਰਫ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਉੱਤੇ ਕੋਈ ਦਾਗ ਨਹੀਂ ਹੈਗਾ। ਪਿਛਲੇ 5 ਸਾਲਾਂ ਵਿੱਚ ਜਿਨ੍ਹਾਂ ਦਾ ਨਾ ਮਾਫੀਆ ਦੇ ਵਿੱਚ ਆਇਆ ਹੈ, ਨਾ ਬਜਰੀ ਦੇ ਵਿੱਚ ਆਇਆ, ਨਾ ਰੇਤਾ ਦੇ ਵਿੱਚ ਆਇਆ ਹੈ, ਬਿਲਕੁਲ ਸਾਫ਼ ਸੁਥਰੇ ਚਿਹਰੇ ਹੋਣ, ਸਿਰਫ ਉਹਨਾਂ ਨੂੰ ਹੀ ਪੰਜਾਬ ਦੀ ਵਿਧਾਨ ਸਭਾ ਚੋਣਾਂ ਵਾਸਤੇ ਟਿਕਟਾਂ ਦਿੱਤੀਆਂ ਜਾਣ। ਘਰ ਤਾਂ ਭੇਦੀ ਲੰਕਾ ਢਾਵੇ। ਕਾਂਗਰਸ ਨੂੰ ਬਾਹਰਲੇ ਨਹੀਂ ਮਾਰਦੇ, ਕਾਂਗਰਸ ਨੂੰ ਆਪਣੇ ਹੀ ਮਾਰਦੇ ਆ। ਕਾਂਗਰਸ ਦੇ ਵਿੱਚ ਆਪਣੀ ਅੰਦਰੂਨੀ ਕਲੇਸ਼ ਹੀ ਕਾਂਗਰਸ ਦਾ ਹਮੇਸ਼ਾ ਨੁਕਸਾਨ ਕਰਦੇ ਆਇਆ। ਇਹ ਤਾਂ ਹੁਣ ਸਿੱਧੂ ਮੂਸੇਵਾਲਾ ਹੁਣਾਂ ਨੇ ਵੀ ਕਹਿ ਦਿੱਤਾ ਕਿ ਕਾਂਗਰਸ ਦੀ ਆਪਣੀ ਜਿਹੜੀ ਅਣਬਣ ਹੈ ਉਹੀ ਨਹੀਂ ਸੂਤ ਆਉਂਦੀ, ਜਿਹਦੇ ਕਰਕੇ ਕਾਂਗਰਸ ਨੂੰ ਕਾਫੀ ਨੁਕਸਾਨ ਹੁੰਦਾ। ਹੁਣ ਦੇਖੋ, ਇੱਕ ਪਾਰਟੀ ਦੇ ਅੰਦਰੂਨੀ ਮਾਮਲੇ ਆ, ਹਰੇਕ ਅੰਦਰੂਨੀ ਮਾਮਲਾ ਮੁੱਖ ਤੌਰ ਤੇ ਮੋਹਰੇ ਲੈ ਕੇ ਆਇਆ ਜਾਂਦਾ, ਹਰੇਕ ਗੱਲ ਨੂੰ ਪਬਲਿਕ ਦੇ ਵਿੱਚ ਨਸ਼ਰ ਕੀਤਾ ਜਾਂਦਾ। ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਹੋਊਗਾ, ਪਰ ਇੰਨਾ ਕੁਝ ਆਪਣਾ ਦੇਖਣ ਨੂੰ ਤੇ ਸੁਣਨ ਨੂੰ ਨਹੀਂ ਮਿਲਦਾ। ਹੋਰ ਪਾਰਟੀਆਂ ਦੇ ਵਿੱਚ ਵੀ ਹੁੰਦਾ ਹੋਏਗਾ। ਸਭ ਤੋਂ ਵੱਧ ਰੌਲਾ ਕਾਂਗਰਸ ਦਾ ਹੀ ਪੈਂਦਾ। ਦੂਸਰੀ ਗੱਲ, ਮੈਨੂੰ ਕਾਂਗਰਸ ਦੇ ਰੌਲਾ ਪੈਣ ਦੀ ਜਿਹੜੀ ਗੱਲ ਵਧੀਆ ਲੱਗਦੀ ਹੈ ਉਹ ਇਹ ਲੱਗਦੀ ਹੈ, ਇਹ ਨਹੀਂ ਹੈ ਕਿ ਸਾਰੇ ਇੱਕ ਬੰਦੇ ਦੇ ਅੰਡਰ ਡਰੇ ਸਹਿਮੇ ਬੈਠੇ ਹੈ।
ਹਰ ਬੰਦਾ, ਚਾਹੇ ਉਹ ਐਮਐਲਏ ਕਾਂਗਰਸ ਦਾ, ਚਾਹੇ ਉਹ ਮਤਲਬ ਕੋਈ ਵੀ ਕਿਤੋਂ ਦਾ ਵੀ ਵਿਧਾਇਕ ਹੈ, ਐਮਪੀ ਹੈ, ਜਾਂ ਕੋਈ ਕਾਂਗਰਸ ਦਾ ਉਮੀਦਵਾਰ ਕਿਸੇ ਦਾ ਵੀ ਹੈਗਾ, ਹਨਾ, ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦਾ। ਕਈ ਪਾਰਟੀਆਂ ਦੇ ਵਿੱਚ ਬਹੁਤ ਸਾਰੇ ਨੁਮਾਇੰਦੇ ਇਦਾਂ ਦੇ ਹੁੰਦੇ ਜਿਹੜੀ ਆਪਣੀ ਗੱਲ ਕਹਿਣ ਦੀ ਹਿੰਮਤ ਨਹੀਂ ਰੱਖਦੇ। ਇਹ ਗੱਲ ਮੈਨੂੰ ਕਾਂਗਰਸ ਦੀ ਵਧੀਆ ਵੀ ਲੱਗਦੀ ਹੈ। ਪਰ ਦੂਸਰੀ ਗੱਲ ਹੈ ਕਿ ਜਿਹੜੀ ਇਹਨਾਂ ਨੇ ਗੱਲ ਕੀ ਹੈ ਕਿ ਕੋਈ ਵੀ ਦਾਗ ਨਹੀਂ ਲੱਗਿਆ ਹੋਣਾ ਚਾਹੀਦਾ, ਆ ਨਹੀਂ ਲੱਗਿਆ ਹੋਣਾ ਚਾਹੀਦਾ। ਕਾਂਗਰਸ ਦਾ ਟੀਚਾ ਤੇ ਹਰੇਕ ਪਾਰਟੀ ਦਾ ਟੀਚਾ ਇਸ ਟਾਈਮ ਇਲੈਕਸ਼ਨਸ ਜਿੱਤਣਾ ਹੈ। ਸੋ ਇਦਾਂ ਦੇ ਵਿਧਾਇਕਾਂ ਨੂੰ ਮੋਹਰੇ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ, ਇਦਾਂ ਦੇ ਉਮੀਦਵਾਰਾਂ ਨੂੰ ਮੋਹਰੇ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਤੇ ਕੋਈ ਸਵਾਲ ਨਾ ਚੱਕੇ ਗਏ ਹੋਣ। ਦੂਸਰੇ ਪਾਸੇ ਇਹਦਾ ਇੱਕ ਦੂਸਰਾ ਰੁਖ ਵੀ ਆਪਾਂ ਦੇਖ ਸਕਦੇ ਹਾਂ ਕਿ ਰਾਹੁਲ ਗਾਂਧੀ ਕਾਫੀ ਜ਼ਿਆਦਾ ਟਰਾਂਸਪੇਰੈਂਸੀ ਉੱਤੇ ਜ਼ੋਰ ਦਿੰਦੇ ਨੇ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਸ਼ਾਇਦ ਉਹ ਕਿਸ ਨਵੀਂ ਸੋਚ ਨਾਲ ਗੱਲ ਕਰਦੇ ਹੋਣ ਕਿ ਜਿਹੜੀ ਗੱਲ ਅੰਦਰ ਦੀ ਉਹ ਬਾਹਰ ਆਵੇ, ਪਬਲਿਕ ਦੇ ਸਾਹਮਣੇ ਆਵੇ ਕਿ ਅਸੀਂ ਸਾਫ਼ ਸੁਥਰੇ ਲੋਕ ਆ, ਕਿਉਂਕਿ ਸਭ ਤੋਂ ਪੁਰਾਣੀ ਪਾਰਟੀ ਹੈ ਇਸ ਵਕਤ। ਜਿੰਨੀਆਂ ਵੀ ਤੁਸੀਂ ਪਾਰਟੀਆਂ ਦੇਖਦੇ ਹੋ ਉਹਨਾਂ 'ਚ ਜਿੰਨੇ ਵੀ ਤੁਸੀਂ ਵਿਧਾਇਕ ਦੇਖਦੇ ਹੋ ਜਾਂ ਮੈਂਬਰਸ ਦੇਖਦੇ ਹੋ, ਉਹ ਕਦੀ ਨਾ ਕਦੀ ਕਾਂਗਰਸੀ ਰਹਿ ਚੁੱਕੇ ਨੇ, ਉੱਥੋਂ ਹੀ ਆਏ ਨੇ। ਠੀਕ ਹੈ, ਨਵੀਆਂ ਪਾਰਟੀਆਂ ਤਾਂ ਬਾਅਦ 'ਚ ਬਣੀਆਂ, ਪਹਿਲਾਂ ਤਾਂ ਇੱਕੋ ਹੀ ਪਾਰਟੀ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਤਿਹਾਸ ਆਪਾਂ ਦੇਖੀਏ, ਕਾਫੀ ਪੁਰਾਤਨ ਇਤਿਹਾਸ ਹੈ ਕਾਂਗਰਸ ਦਾ, ਤੇ ਅੱਜ ਦੀ ਡੇਟ ਦੇ ਵਿੱਚ ਕਾਫੀ ਉਹਨਾਂ ਉੱਤੇ ਵੀ ਦਾਗ ਲੱਗੇ ਹੋਏ ਨੇ, ਕਾਫੀ ਗੱਲਾਂ ਕਹੀਆਂ ਜਾਂਦੀਆਂ ਨੇ, ਕਾਫੀ ਲਾਂਛਣ ਲੱਗਦੇ ਨੇ। ਸੋ ਸ਼ਾਇਦ ਉਹ ਆਪਣੀ ਇਮੇਜ ਨੂੰ ਜ਼ਿਆਦਾ ਕਲੀਨ ਕਰਨਾ ਚਾਹੁੰਦੇ ਨੇ, ਹਰ ਚੀਜ਼ ਨੂੰ ਟਰਾਂਸਪੇਰੈਂਟ ਕਰਨਾ ਚਾਹੁੰਦੇ ਨੇ ਵੀ ਪਾਰਦਰਸ਼ੀ ਹੈਗੇ ਆ ਅਸੀਂ, ਜੋ ਅੰਦਰ ਹੈ ਉਹ ਬਾਹਰ ਹੈ। ਤੁਸੀਂ ਦੇਖ ਲਓ ਕਿ ਜਿਹੜੇ ਦਾਗੀ ਬੰਦੇ ਨੇ ਅਸੀਂ ਪਾਸੇ ਕਰਦੇ ਪਏ ਹਾਂ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਉੱਥੇ ਵੀ ਬੈਠੇ ਨੇ ਸੈਂਟਰ ਦੇ ਵਿੱਚ, ਜਿਹੜੇ ਹਾਈ ਕਮਾਂਡ 'ਚ ਵੀ ਬੈਠੇ ਨੇ, ਉੱਥੇ ਵੀ ਬਹੁਤ ਜਾਣਿਆਂ ਉੱਤੇ ਦਾਗ ਲੱਗੇ ਹੋਏ ਨੇ, ਬਹੁਤ ਜਾਣਿਆਂ ਉੱਤੇ ਲਾਂਛਣ ਲੱਗਦੇ ਨੇ। ਉਹਨਾਂ ਦਾ ਵੀ ਕੋਈ ਹਿਸਾਬ ਕਿਤਾਬ ਕਰਨਾ ਚਾਹੀਦਾ ਹੈ। ਫਿਰ ਜੇ ਆਪਾਂ ਖੁੱਲ੍ਹ ਕੇ ਨਿਕਲੇ ਹਾਂ ਸਾਰੀ ਸਫਾਈ ਕਰਨ ਵਾਸਤੇ, ਤਾਂ ਉੱਤੇ ਤੋਂ ਥੱਲੇ ਤੱਕ ਸਾਰੀ ਸਫਾਈ ਕਰੋ, ਤਾਂ ਪਬਲਿਕ ਨੂੰ ਵੀ ਮਜ਼ਾ ਆਏ ਕਿ ਤੁਸੀਂ ਹੁਣ ਬਿਲਕੁਲ ਸਾਫ਼ ਸੁਥਰੇ ਹੋ। ਤਾਂ ਉਹਨਾਂ ਲੋਕਾਂ ਨੂੰ ਲੈ ਕੇ ਆ ਰਹੇ ਹੋ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਨਹੀਂ, ਜਿਨ੍ਹਾਂ ਉੱਤੇ ਕੋਈ ਦਾਗ ਨਹੀਂ, ਤਾਂ ਇਹ ਲੋਕ ਵਾਕਈ ਹਰ ਥਾਂ ਦੇ ਉੱਤੇ ਭਲਾ ਕਰ ਸਕਦੇ ਨੇ। ਵਿਧਾਨ ਸਭਾ, ਲੋਕ ਸਭਾ, ਰਾਜ ਸਭਾ, ਇਹਨਾਂ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਬਣਦੇ ਰਹਿੰਦੇ, ਕਿਸੇ ਨਾ ਕਿਸੇ ਬਿੱਲ ਉੱਤੇ ਚਰਚਾ ਹੁੰਦੀ ਰਹਿੰਦੀ, ਸਾਰੀਆਂ ਚੀਜ਼ਾਂ ਤੇ ਚਰਚਾ ਹੁੰਦੀ ਰਹਿੰਦੀ। ਕਿਉਂ ਨਹੀਂ ਹਲੇ ਤੱਕ ਇਦਾਂ ਦਾ ਕੋਈ ਵੀ ਕਾਨੂੰਨ ਪਾਸ ਹੁੰਦਾ ਜਿਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਤੁਹਾਡਾ ਜਿਹੜਾ ਪਿਛੋਕੜ ਆ, ਜੇ ਤੁਸੀਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਆਉਣਾ ਹੈ, ਅਪਰਾਧਕ ਨਹੀਂ ਹੋਣਾ ਚਾਹੀਦਾ। ਉਸ ਬੰਦੇ ਨੂੰ ਤਾਂ ਟਿਕਟ ਹੀ ਨਹੀਂ ਮਿਲਣੀ ਚਾਹੀਦੀ ਜਿਹੜਾ ਅਪਰਾਧਕ ਆ। ਕਈਆਂ ਦੇ ਉੱਤੇ ਕਿੰਨੇ ਗੰਭੀਰ ਦੋਸ਼ ਲੱਗੇ ਨੇ, ਕਈਆਂ ਦੇ ਉੱਤੇ ਕਿੰਨੇ ਕੇਸ ਚੱਲਦੇ ਪਏ ਆ। ਸੋ ਇਦਾਂ ਦੇ ਕਾਨੂੰਨ ਨਹੀਂ ਨਾ ਪਾਸ ਕਰਨੇ, ਕਿਉਂਕਿ ਪਤਾ ਉਹ ਬੰਦੇ ਸਾਨੂੰ ਪਾਰਟੀ ਨੂੰ ਜਿਤਾਉਂਦੇ ਵੀ ਆ। ਠੀਕ ਹੈ ਤੁਹਾਡੀ ਗੱਲ, ਪਰ ਉਹਦੇ 'ਚ ਇਹ ਵੀ ਹੈ ਕਿ ਕਈ ਵਾਰ ਝੂਠੇ ਕੇਸ ਪਾ ਦਿੱਤੇ ਜਾਂਦੇ ਨੇ। ਇਹ ਵੀ ਤਾਂ ਸਾਡਾ ਬਹੁਤ ਚੱਲਦਾ ਹੈ ਨਾ, ਸਭ ਕੁਝ ਤਾਂ ਬਿਲਕੁਲ ਸਾਫ਼ ਸੁਥਰਾ ਨਹੀਂ ਹੈਗਾ, ਹਰ ਜਗ੍ਹਾ ਕਰਪਸ਼ਨ ਹੈ। ਗਲਤ ਕੇਸ ਪਾ ਦਿਓ ਕਿਸੇ ਦੇ ਉੱਤੇ ਤਾਂ ਉਹਨੂੰ ਤਾਂ ਬਿਲਕੁਲ ਤੁਸੀਂ ਕੈਰੀਅਰ ਹੀ ਖਤਮ ਕਰ ਦਿੱਤਾ। ਜੇ ਇਦਾਂ ਦਾ ਰੂਲ ਕੋਈ ਪਾਸ ਹੋ ਜਾਂਦਾ ਹੈ, ਬਾਅਦ ਵਿੱਚ ਪ੍ਰੂਵ ਹੋਏਗਾ ਜਾ ਕੇ ਜੀ ਇਹ ਤਾਂ ਕੇਸ ਹੀ ਗਲਤ ਸੀ ਤੇ ਉਹਦੇ ਤਾਂ 10 ਸਾਲ ਗਾਲ ਦਿੱਤੇ। ਪਰ ਉਹ ਬੰਦਾ ਕਾਬਿਲ ਸੀ, ਉਹ ਸਟੇਟ ਨੂੰ ਸੰਭਾਲ ਸਕਦਾ ਸੀ, ਕਿਸੇ ਅਹੁਦੇ ਨੂੰ ਸੰਭਾਲ ਸਕਦਾ ਸੀ, ਪਰ ਉਹਨੂੰ ਤੁਸੀਂ ਨਕਾਰਾ ਕਰਕੇ ਇੱਕ ਪਾਸੇ ਬਿਠਾ ਦਿੱਤਾ। ਤੁਸੀਂ ਦੇਖਦੇ ਹੋ ਏਜੰਸੀਜ਼ ਦਾ ਇਸਤੇਮਾਲ ਕਿਵੇਂ ਹੁੰਦਾ ਹੈ, ਲਾਅ ਦਾ ਇਸਤੇਮਾਲ ਕਿਵੇਂ ਹੁੰਦਾ ਹੈ ਇੱਕ ਦੂਜੇ ਦਾ ਕੈਰੀਅਰ ਖਤਮ ਕਰਨ ਦੇ ਲਈ, ਤਾਂ ਕਿ ਉਹ ਪੋਲਿਟਿਕਸ ਦੇ ਵਿੱਚ ਕੁਝ ਨਵਾਂ ਨਾ ਕਰ ਸਕੇ। ਸੋ ਇਸ ਹੱਦ ਤੱਕ ਤਾਂ ਅਸੀਂ ਜਾ ਰਹੇ ਹਾਂ। ਜੇ ਇਸ ਤਰ੍ਹਾਂ ਦਾ ਬਿੱਲ ਪਾਸ ਹੋ ਗਿਆ ਤਾਂ ਵਾਕਈ ਕਾਬਿਲ ਬੰਦੇ ਨੂੰ ਨਕਾਰਾ ਕਰਕੇ ਇੱਕ ਪਾਸੇ ਬਿਠਾ ਦਿੱਤਾ ਜਾਏਗਾ। ਜੀ ਬਿਲਕੁਲ, ਪਰ ਇਹ ਹੈ ਨਾ ਕਿ ਜੇ ਇਦਾਂ ਦਾ ਬਿੱਲ ਕੋਈ ਨਹੀਂ ਪਾਸ ਹੁੰਦਾ ਤਾਂ ਉਹਦੇ ਕਰਕੇ ਕਈ ਜਿਹੜੇ ਸੱਚਮੁੱਚ ਦੋਸ਼ੀ ਨੇ ਉਹ ਵੀ ਆ ਗਏ ਨੇ। ਚਲੋ ਜੇ ਬਿੱਲ ਨਹੀਂ ਪਾਸ ਹੋਣਾ, ਘੱਟੋ ਘੱਟ ਹਰੇਕ ਪਾਰਟੀ ਨੂੰ ਆਪਣਾ ਨਿੱਜੀ ਤੌਰ ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਅਪਰਾਧਕ ਪਿਛੋਕੜ ਵਾਲੇ ਬੰਦੇ ਨੂੰ ਨਾ ਦਈਏ। ਮੰਨ ਲਓ ਅੱਜ ਆਪਾਂ ਕਹਿ ਦਿੰਦੇ ਉਹਦਾ ਕੋਈ ਕਸੂਰ ਨਹੀਂ ਸੀ, ਜੇ ਕੱਲ ਨੂੰ ਕਸੂਰ ਨਿਕਲਿਆ ਤਾਂ ਮਤਲਬ ਉਹ ਅਪਰਾਧਕ ਹੋਣ ਦੇ ਬਾਅਦ ਵੀ ਇੰਨੇ ਟਾਈਮ ਉੱਥੇ ਰਿਹਾ। ਸੋ ਬੜੀ ਸਮਝ ਤੇ ਸੋਚ ਨਾਲ ਚੱਲਣ ਵਾਲੀ ਚੀਜ਼ ਆ ਇਹ। ਪਰ ਜੋ ਵੀ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਨ੍ਹਾਂ ਦੇ ਉੱਤੇ ਕੋਈ ਅਪਰਾਧਕ ਮਾਮਲੇ ਹੈਗੇ ਆ ਜਾਂ ਕੁਝ ਵੀ ਇਦਾਂ ਦੀ ਦਿੱਕਤ ਦੇ ਵਿੱਚ ਉਹਨਾਂ ਦਾ ਨਾਮ ਗਿਣਿਆ ਜਾਂਦਾ ਆ, ਪਾਰਟੀ ਨੂੰ ਆਪ ਹੀ ਉਹਨੂੰ ਸੀਟ ਨਹੀਂ ਦੇਣੀ ਚਾਹੀਦੀ। ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਾਰਟੀ ਇੰਨੀ ਕੁ ਜ਼ਿਆਦਾ ਹੋਊਗੀ, ਨਿਆਣੀ ਹੋਊਗੀ ਕਿ ਜਿਹਨੂੰ ਇਹ ਨਹੀਂ ਪਤਾ ਕਿ ਜਿਹਨੂੰ ਉਹ ਪਾਰਟੀ ਦੇ ਰਿਹਾ ਲੋਕਾਂ ਦੇ ਵਿੱਚ ਉਹਨਾਂ ਦਾ ਕੀ ਇੰਪ੍ਰੈਸ਼ਨ ਆ, ਉਹ ਲੋਕਾਂ ਦੇ ਨਾਲ ਕਿਵੇਂ ਵਿਚਰਦਾ ਆ। ਕਿਉਂਕਿ ਸਰਵੇ ਹੁੰਦੇ ਨੇ ਵੱਡੇ ਲੈਵਲ ਦੇ ਉੱਤੇ ਤਾਂ ਜਾ ਕੇ ਟਿਕਟਾਂ ਮਿਲਦੀਆਂ ਨੇ, ਹਨਾ। ਵਿਰੋਧੀ ਧਿਰ ਵੀ ਆਪਸ 'ਚ ਕਿੱਡੇ ਮਤਲਬ ਦੋ ਬੰਦੇ ਵੀ ਆਪਸ 'ਚ ਕਈ ਵਾਰੀ ਕਿੰਨੇ ਘੱਟ ਮਾਰਜਨ ਦੇ ਨਾਲ ਹਾਰਦੇ ਆ, ਕਿੰਨੇ ਘੱਟ ਮਾਰਜਨ ਦੇ ਨਾਲ ਜਿੱਤਦੇ ਆ। ਸੋ ਇਹ ਚੀਜ਼ਾਂ ਤਾਂ ਹਰੇਕ ਪਾਰਟੀ ਨੂੰ ਪਹਿਲਾਂ ਪਤਾ ਹੀ ਹੁੰਦੀਆਂ। ਦੇਖੋ ਕਈ ਮੁਲਕਾਂ ਦਾ ਇਹ ਕਾਨੂੰਨ ਹੈ ਕਿ ਜੇ ਤੁਹਾਡੇ ਉੱਤੇ ਇਲਜ਼ਾਮ ਲੱਗਾ ਹੈ, ਤੁਸੀਂ ਦੋਸ਼ੀ ਹੋ, ਤੁਸੀਂ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨਾ ਹੈ। ਪਰ ਭਾਰਤ ਦਾ ਕਾਨੂੰਨ ਇਹ ਹੈ ਕਿ ਜੇ ਤੁਹਾਡੇ ਉੱਤੇ ਕੋਈ ਇਲਜ਼ਾਮ ਲੱਗਾ ਤੁਸੀਂ ਨਿਰਦੋਸ਼ ਹੋ ਜਦੋਂ ਤੱਕ ਕਿ ਇਲਜ਼ਾਮ ਸਾਬਿਤ ਨਹੀਂ ਹੋ ਜਾਂਦਾ। ਤਾਂ ਜੇ ਤੁਸੀਂ ਕਹੋਗੇ ਕਿ ਇਹਨਾਂ ਉੱਤੇ ਇਲਜ਼ਾਮ ਲੱਗੇ ਹੋਏ ਨੇ ਜੀ, ਉਹ ਕਹਿਣਗੇ ਕੇਸ ਚੱਲਦਾ ਪਿਆ, ਹਜੇ ਕੇਸ ਦਾ ਫੈਸਲਾ ਨਹੀਂ ਹੋਇਆ, ਹਜੇ ਤੇ ਦੋਸ਼ੀ ਸਾਬਿਤ ਨਹੀਂ ਹੋਏ, ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਦੋਸ਼ੀ ਨੇ। ਫਿਰ ਕਿਸ ਤਰ੍ਹਾਂ ਦੀਆਂ ਤੁਸੀਂ ਦੇਖਦੇ ਹੋ ਚਾਲਾਂ ਚੱਲਦੇ ਨੇ, ਕੀ ਕੁਝ ਨਹੀਂ ਕਰਦੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਵਾਸਤੇ, ਇਹ ਵੀ ਤੁਸੀਂ ਜਾਣਦੇ ਹੋ। ਤਾਂ ਪੂਰਾ ਮਾਹੌਲ ਇਹੀ ਹੈ ਕਿ ਕਿਤੇ ਨਾ ਕਿਤੇ ਸਾਨੂੰ ਆਪਣੇ ਅੰਦਰ ਘੋਖਣਾ ਪਏਗਾ ਕਿ ਮੈਂ ਕਰਦਾ ਕੀ ਪਿਆ। ਇਨਸਾਨੀਅਤ ਦਾ ਤਕਾਜ਼ਾ ਤਾਂ ਇਹੀ ਕਹਿੰਦਾ ਕਿ ਆਪਣੇ ਆਪ ਨੂੰ ਦੇਖੋ। ਸਾਨੂੰ ਖੁਦ ਨੂੰ ਪਤਾ ਹੁੰਦਾ ਕਿ ਮੈਂ ਚੰਗਾ ਜਾਂ ਮਾੜਾ ਹਾਂ, ਦੂਜਾ ਸਾਨੂੰ ਕਵੇ ਭਾਵੇਂ ਨਾ ਕਵੇ। ਇਸ ਕਰਕੇ
ਸਹੀ ਗੱਲ ਤੇ ਇਹੀ ਹੈ ਕਿ ਤੁਸੀਂ ਖੁਦ ਆਪਣੇ ਆਪ ਨੂੰ ਕੋਖੋ ਤੇ ਆਪਣੇ ਆਪ ਨੂੰ ਸਹੀ ਰੱਖੋ ਤਾਂ ਕਿ ਲੋਕਾਂ ਦੀ ਵੀ ਤੁਹਾਡੇ ਉੱਤੇ ਉਮੀਦ ਬਣੇ, ਲੋਕਾਂ ਦਾ ਵੀ ਤੁਹਾਡੇ ਉੱਤੇ ਵਿਸ਼ਵਾਸ ਹੋਵੇ ਕਿ ਇੱਕ ਵਧੀਆ ਬੰਦਾ ਵਿਧਾਇਕ ਬਣ ਕੇ ਆਇਆ ਤਾਂ ਵਧੀਆ ਹੀ ਸਾਡਾ ਕੁਝ ਸਵਾਰੂਗਾ। ਬਿਲਕੁਲ, ਔਰ ਇਸ ਏਰੀਏ ਦੇ ਬੰਦਿਆਂ ਨੂੰ ਵੀ ਪਤਾ ਹੁੰਦਾ ਕਿ ਜਿਹੜਾ ਵਿਧਾਇਕ ਹੈ ਇਹਨੇ ਕੀ ਕੁਝ ਕੀਤਾ ਤੇ ਅਗਲੀ ਵਾਰੀ ਕੀ ਕੁਝ ਨਾ ਕਰੇ। ਪਾਰਟੀਵਾਦ ਤੋਂ ਉੱਪਰ ਉੱਠ ਕੇ ਚੰਗੀ ਸੋਚ ਦੇ ਨਾਲ ਆਪਾਂ VOTING ਕਰ ਸਕਦੇ ਹਾਂ। ਸੋ ਸਾਰਿਆਂ ਦੀ ਉਮੀਦ ਹੁਣ ਹੈ ਕਿਸਾਨਾਂ ਤੋਂ, ਤੇ ਕਿਸਾਨਾਂ ਨੇ ਆਪਣੀ ਪਾਰਟੀ ਅਨਾਉਂਸ ਕੀਤੀ ਹੈ ਸੰਯੁਕਤ ਸਮਾਜ ਮੋਰਚਾ, ਜਿਹਦੀ ਅੱਜ ਮੀਟਿੰਗ ਵੀ ਹੋਣ ਜਾ ਰਹੀ ਹੈ ਤੇ ਰਾਜੋਵਾਲ ਸਾਹਿਬ ਕਹਿੰਦੇ ਨੇ ਕਿ CM ਦਾ ਚਿਹਰਾ ਹੋਣਗੇ। ਦੇਖੋ, ਵਧੀਆ ਗੱਲ ਹੈ, ਲੋਕਾਂ ਨੂੰ ਕਾਫੀ ਟਾਈਮ ਤੋਂ ਉਡੀਕਦੀ ਹੋਈ ਅਜਿਹੀ ਪਾਰਟੀ ਦੀ ਅਨਾਉਂਸਮੈਂਟ ਹੋਵੇ। ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਕੀ ਕਾਰਗੁਜ਼ਾਰੀ ਹੋਏਗੀ ਇਹ ਦੇਖਣ ਨੂੰ ਸਾਰੇ ਉਤਸ਼ਾਹਿਤ ਨੇ, ਕਿਉਂਕਿ ਲੋਕ ਉਹਨਾਂ ਦੇ ਨਾਲ ਜੁੜਨਾ ਚਾਹੁੰਦੇ ਨੇ। ਤੇ ਉਹਨਾਂ ਵੱਲੋਂ ਬਿਆਨ ਇਹ ਆਇਆ ਹੈ ਕਿ ਉਹ 117 ਸੀਟਾਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਲੜਨਗੇ। ਜੀ ਬਿਲਕੁਲ। ਸੋ ਪੰਜਾਬ ਚੋਣ ਕਮਿਸ਼ਨ ਨੇ ਵੀ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੇ ਵੀ ਲੋਕ ਜਿਹੜੇ ਵੀ ਵਿਧਾਇਕ ਲੜਨਾ ਚਾਹੁੰਦੇ ਨੇ ਇਲੈਕਸ਼ਨਸ, ਤੇ ਉਹ 30,80,000 ਤੋਂ ਵੱਧ ਖਰਚ ਨਹੀਂ ਕਰ ਸਕਦੇ ਆਪਣੀ ਇਲੈਕਸ਼ਨ ਕੈਂਪੇਨਸ ਦੇ ਉੱਤੇ। ਤੁਸੀਂ ਦੇਖਿਓ ਹੁਣ ਕਿੱਦਾਂ ਦੇ ਮੋਹਰੇ ਆਉਣੇ ਆ ਕਿ ਸਾਡੇ ਕੋਲ ਤਾਂ ਇੰਨੀ ਪ੍ਰਾਪਰਟੀ ਆ, ਸਾਡੇ ਕੋਲ ਤਾਂ ਇੰਨਾ ਸੋਨਾ ਆ। ਸੋ ਇਹ ਦੇਖਣ ਵਾਲੀ ਚੀਜ਼ ਹੋਏਗੀ ਕਿੰਨਾ ਖਰਚ ਕਰਦੇ ਨੇ ਔਰ ਕਿੰਨਾ ਨਹੀਂ, ਕਿਉਂਕਿ ਚੋਣ ਕਮਿਸ਼ਨ ਕਾਫੀ ਸਖਤ ਨਜ਼ਰ ਆ ਰਿਹਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ। ਸਾਡੇ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਸਾਡੀਆਂ ਅੱਜ ਦੀਆਂ ਖਬਰਾਂ ਬਸ ਇੰਨੀਆਂ ਹੀ ਸੀ। ਸਾਡਾ YouTube ਚੈਨਲ ਹੈ ਪੰਜਾਬ ਮੇਲ USA TV, ਉਸ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਸਕਦੇ ਹੋ। ਮੈਨੂੰ ਵਰੁਣ ਕੌਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ਖੰਦਰ ਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।